ਸਤਿ ਸ਼੍ਰੀ ਅਕਾਲ ਜੀ। ਇਸ ਖਾਸ ਵਿਸ਼ਲੇਸ਼ਣ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਪ੍ਰਾਚੀਨ ਫਲਸਫੇ ਦੀ ਇੱਕ ਬਹੁਤ ਹੀ ਡੂੰਘੀ ਸਿਆਣਪ ਬਾਰੇ ਗੱਲ ਕਰਨ ਜਾ ਰਹੇ ਹਾਂ। ਆਚਾਰਿਆ ਚਾਣਕਿਆ ਦੀਆਂ ਉਹ ਸਦੀਵੀ ਸਿੱਖਿਆਵਾਂ ਜੋ ਸਾਨੂੰ ਸਾਡੇ ਆਪਣੇ ਅੰਦਰੂਨੀ ਘੇਰੇ ਯਾਨੀ ਸਾਡੇ ਬਿਲਕੁਲ ਕਰੀਬੀ ਲੋਕਾਂ ਵਿੱਚ ਛੁਪੇ ਹੋਏ ਖਤਰਿਆਂ ਨੂੰ ਪਹਿਚਾਨਣ ਵਿੱਚ ਮਦਦ ਕਰਦੀਆਂ ਹਨ। ਦੇਖੋ, ਇਹ ਵਿਸ਼ਾ ਅੱਜ ਵੀ ਓਨਾ ਹੀ ਢੁਕਵਾਂ ਹੈ ਜਿੰਨਾ ਸਦੀਆਂ ਪਹਿਲਾਂ ਸੀ, ਹੈ ਨਾ? ਤਾਂ ਆਓ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਅਤੇ ਜਾਣਦੇ ਹਾਂ ਉਹਨਾਂ 4 ਤਰ੍ਹਾਂ ਦੇ ਲੋਕਾਂ ਬਾਰੇ ਜੋ ਸਭ ਤੋਂ ਪਹਿਲਾਂ ਸਾਡਾ ਵਿਸ਼ਵਾਸ ਤੋੜਦੇ ਹਨ। ਜ਼ਰਾ ਉਸ ਸਮੇਂ ਦੀ ਕਲਪਨਾ ਕਰੋ। ਆਚਾਰਿਆ ਚਾਣਕਿਆ ਅਤੇ ਚੰਦਰਗੁਪਤ ਮਗਧ ਦੀ ਨਦੀ ਦੇ ਕਿਨਾਰੇ ਟਹਿਲ ਰਹੇ ਨੇ। ਚਾਰੇ ਪਾਸੇ ਬਿਲਕੁਲ ਸ਼ਾਂਤੀ ਹੈ, ਠੰਡੀ ਹਵਾ ਵਗ ਰਹੀ ਹੈ, ਪਰ ਚੰਦਰਗੁਪਤ ਦਾ ਮਨ ਬਹੁਤ ਹੀ ਡੂੰਘੀ ਉਦਾਸੀ ਵਿੱਚ ਘਿਰਿਆ ਹੋਇਆ ਹੈ। ਉਹ ਅਸਲ ਵਿੱਚ ਆਪਣੇ ਉਹਨਾਂ ਕਰੀਬੀ ਲੋਕਾਂ ਵੱਲੋਂ ਮਿਲੇ ਧੋਖਿਆਂ ਤੋਂ ਬਹੁਤ ਪਰੇਸ਼ਾਨ ਸਨ ਜਿਨ੍ਹਾਂ ਤੇ ਉਹ ਸਭ ਤੋਂ ਵੱਧ ਭਰੋਸਾ ਕਰਨਾ ਚਾਹੁੰਦੇ ਸਨ, ਜਿਵੇਂ ਕਿ ਨੌਕਰ, ਦੋਸਤ, ਰਿਸ਼ਤੇਦਾਰ ਅਤੇ ਇੱਥੋਂ ਤੱਕ ਕਿ ਵੱਡੇ ਵਿਦਵਾਨ ਵੀ। ਇਸੇ ਨਿਰਾਸ਼ਾ ਵਿੱਚੋਂ ਇੱਕ ਬਹੁਤ ਹੀ ਬੁਨਿਆਦੀ ਸਵਾਲ ਪੈਦਾ ਹੋਇਆ ਕਿ ਆਖਰ ਭਰੋਸਾ ਕੀਤਾ ਤਾਂ ਕਿਸ ਤੇ ਕੀਤਾ ਜਾਵੇ, ਅਤੇ ਇਹ ਧੋਖਾ ਹਮੇਸ਼ਾ ਅੰਦਰੋਂ ਆਪਣੇ ਹੀ ਲੋਕਾਂ ਤੋਂ ਕਿਉਂ ਮਿਲਦਾ ਹੈ? ਅਤੇ ਇੱਥੇ ਆਉਂਦਾ ਹੈ ਚਾਣਕਿਆ ਦਾ ਬਹੁਤ ਹੀ ਕਮਾਲ ਦਾ ਜਵਾਬ। ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਇਹ ਸਵਾਲ ਹਰ ਇਨਸਾਨ ਦੇ ਮਨ ਵਿੱਚ ਆਉਂਦਾ ਹੈ, ਭਾਵੇਂ ਉਹ ਕੋਈ ਵੱਡਾ ਰਾਜਾ ਹੋਵੇ, ਕੋਈ ਵਪਾਰੀ ਹੋਵੇ ਜਾਂ ਫਿਰ ਸਾਡੇ ਵਰਗੇ ਆਮ ਪਰਿਵਾਰਾਂ ਦਾ ਕੋਈ ਮੈਂਬਰ। ਅਸਲੀ ਖਤਰਾ ਕਦੇ ਵੀ ਦੂਰ ਬੈਠੇ ਦੁਸ਼ਮਣਾਂ ਤੋਂ ਨਹੀਂ ਹੁੰਦਾ, ਕਿਉਂਕਿ ਉਹ ਤਾਂ ਸਾਨੂੰ ਦੂਰੋਂ ਹੀ ਨਜ਼ਰ ਆ ਜਾਂਦੇ ਨੇ, ਠੀਕ ਹੈ ਨਾ? ਅਸਲ ਖਤਰਾ ਤਾਂ ਹਮੇਸ਼ਾ ਉਹਨਾਂ ਲੋਕਾਂ ਤੋਂ ਹੁੰਦਾ ਹੈ ਜੋ ਤਖਤ, ਵਪਾਰ ਜਾਂ ਪਰਿਵਾਰ ਦੇ ਬਿਲਕੁਲ ਨੇੜੇ ਹੁੰਦੇ ਨੇ। ਇਸੇ ਲਈ ਚਾਣਕਿਆ ਨੇ 4 ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਜਿਨ੍ਹਾਂ ਤੋਂ ਸਾਨੂੰ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ। ਤਾਂ ਆਓ ਪਹਿਲੀ ਚੇਤਾਵਨੀ ਵੱਲ ਵਧਦੇ ਹਾਂ। ਲਾਲਚੀ ਕਰਮਚਾਰੀ ਯਾਨੀ ਕਿ ਮੌਕਾਪਰਸਤ ਸੇਵਕ। ਹੁਣ ਇੱਥੇ ਇੱਕ ਸੱਚੇ, ਵਫਾਦਾਰ ਕਾਮੇ ਅਤੇ ਪੈਸੇ ਦੇ ਭੁੱਖੇ ਮੌਕਾਪਰਸਤ ਵਿਚਕਾਰ ਫਰਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਸੱਚੇ ਸੇਵਕ ਜਾਂ ਕਰਮਚਾਰੀ ਦਾ ਅਸਲ ਕੰਮ ਔਖੇ ਵੇਲੇ ਵਫਾਦਾਰੀ ਦਿਖਾਉਣਾ ਹੁੰਦਾ ਹੈ, ਪਰ ਜੇਕਰ ਕੋਈ ਵਿਅਕਤੀ ਸਿਰਫ ਤੇ ਸਿਰਫ ਪੈਸੇ ਜਾਂ ਆਪਣੇ ਨਿੱਜੀ ਫਾਇਦੇ ਲਈ ਨਾਲ ਜੁੜਿਆ ਹੋਇਆ ਹੈ ਤਾਂ ਉਹ ਸੇਵਕ ਨਹੀਂ ਬਲਕਿ ਇੱਕ ਪੱਕਾ ਮੌਕਾਪਰਸਤ ਹੈ। ਅਜਿਹਾ ਵਿਅਕਤੀ ਸੰਕਟ ਆਉਣ ਤੇ ਸਭ ਤੋਂ ਪਹਿਲਾਂ ਮੈਦਾਨ ਛੱਡ ਕੇ ਭੱਜੇਗਾ, ਜਾਂ ਜਿਵੇਂ ਹੀ ਕੋਈ ਥੋੜੀ ਜਿਹੀ ਬਿਹਤਰ ਪੇਸ਼ਕਸ਼ ਮਿਲੇਗੀ ਉਹ ਆਸਾਨੀ ਨਾਲ ਵਿਕ ਜਾਵੇਗਾ। ਇਸ ਗੱਲ ਨੂੰ ਹੋਰ ਵਧੀਆ ਤਰੀਕੇ ਨਾਲ ਸਮਝਾਉਣ ਲਈ ਚਾਣਕਿਆ ਨੇ ਮਗਧ ਦੇ ਇੱਕ ਰਾਜਾ ਦੀ ਕਹਾਣੀ ਸੁਣਾਈ। ਹੋਇਆ ਕਿ ਰਾਜਾ ਨੇ ਆਪਣੇ ਇੱਕ ਸੇਵਕ ਨੂੰ ਉਸਦੀ ਵਫਾਦਾਰੀ ਦੇ ਇਨਾਮ ਵਜੋਂ ਸੋਨੇ ਦੀ ਥੈਲੀ ਦਿੱਤੀ। ਸੇਵਕ ਬਹੁਤ ਖੁਸ਼ ਹੋਇਆ, ਪਰ ਦੇਖੋ ਖੇਡ ਕਿੱਥੇ ਬਦਲਦੀ ਹੈ। ਕੁਝ ਹੀ ਦਿਨਾਂ ਬਾਅਦ ਗੁਆਂਢੀ ਰਾਜ ਨੇ ਉਸਨੂੰ ਦੁੱਗਣੇ ਪੈਸੇ ਦਾ ਲਾਲਚ ਦੇ ਦਿੱਤਾ। ਬਸ ਫਿਰ ਕੀ ਸੀ, ਉਸੇ ਵਕਤ ਉਸ ਸੇਵਕ ਨੇ ਰਾਜ ਦੇ ਸਾਰੇ ਗੁਪਤ ਭੇਦ ਦੁਸ਼ਮਣ ਨੂੰ ਵੇਚ ਦਿੱਤੇ। ਨਤੀਜਾ ਇਹ ਨਿਕਲਿਆ ਕਿ ਮਗਧ ਤੇ ਬਹੁਤ ਵੱਡਾ ਹਮਲਾ ਹੋ ਗਿਆ ਅਤੇ ਉਹ ਸੇਵਕ ਰਾਤੋਂ-ਰਾਤ ਗਾਇਬ। ਇਹ ਉਦਾਹਰਣ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਕਿ ਸਿਰਫ ਪੈਸੇ ਦੀ ਨੀਂਵ ਤੇ ਟਿਕੀ ਵਫਾਦਾਰੀ ਕਿੰਨੀ ਖੋਖਲੀ ਹੁੰਦੀ ਹੈ। ਹੁਣ ਆਪਾਂ ਚੱਲਦੇ ਹਾਂ ਦੂਜੀ ਚੇਤਾਵਨੀ ਵੱਲ, ਚਾਪਲੂਸ ਦੋਸਤ। ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਸੱਚਾ ਦੋਸਤ ਉਹੀ ਹੈ ਜੋ ਸਾਡੀਆਂ ਗਲਤੀਆਂ ਬਾਰੇ ਦੱਸੇ, ਸਾਨੂੰ ਟੋਕੇ, ਭਾਵੇਂ ਉਹ ਸੱਚ ਸੁਣਨ ਵਿੱਚ ਕਿੰਨਾ ਵੀ ਕੌੜਾ ਕਿਉਂ ਨਾ ਲੱਗੇ। ਪਰ ਧਿਆਨ ਦਿਓ, ਉਹ ਵਿਅਕਤੀ ਜੋ ਤੁਹਾਡੀ ਹਰ ਗੱਲ ਤੇ ਬਸ ਹਾਂ ਵਿੱਚ ਹਾਂ ਮਿਲਾਉਂਦਾ ਹੈ, ਜੋ ਸਿਰਫ ਤੁਹਾਡੀ ਤਾਰੀਫ ਕਰਦਾ ਹੈ, ਉਹ ਅਸਲ ਵਿੱਚ ਦੋਸਤ ਨਹੀਂ ਬਲਕਿ ਇੱਕ ਛੁਪਿਆ ਹੋਇਆ ਦੁਸ਼ਮਣ ਹੈ। ਅਜਿਹੇ ਦੋਸਤਾਂ ਦੀਆਂ ਉਹ ਮਿੱਠੀਆਂ-ਮਿੱਠੀਆਂ ਗੱਲਾਂ ਹੌਲੀ-ਹੌਲੀ ਇੱਕ ਮਿੱਠੇ ਜ਼ਹਿਰ ਦਾ ਕੰਮ ਕਰਦੀਆਂ ਨੇ ਅਤੇ ਚੁੱਪਚਾਪ ਸਾਡੀ ਬਰਬਾਦੀ ਦਾ ਰਸਤਾ ਤਿਆਰ ਕਰ ਦਿੰਦੀਆਂ ਨੇ। ਇਸ ਗੱਲ ਨੂੰ ਤਕਸ਼ਸ਼ਿਲਾ ਦੇ ਇੱਕ ਰਾਜਾ ਦੀ ਕਹਾਣੀ ਬਿਲਕੁਲ ਸਹੀ ਸਾਬਿਤ ਕਰਦੀ ਹੈ। ਉਸ ਰਾਜਾ ਦਾ ਇੱਕ ਦੋਸਤ ਹਰ ਫੈਸਲੇ ਤੇ ਬਸ ਇਹੀ ਕਹਿੰਦਾ ਸੀ, ਮਹਾਰਾਜ ਆਪ ਬਿਲਕੁਲ ਸਹੀ ਹੋ। ਹੁਣ ਕਿਉਂਕਿ ਰਾਜਾ ਨੂੰ ਕੋਈ ਗਲਤ ਕੰਮ ਤੋਂ ਰੋਕਣ ਵਾਲਾ ਜਾਂ ਸਹੀ ਸਲਾਹ ਦੇਣ ਵਾਲਾ ਹੈ ਹੀ ਨਹੀਂ ਸੀ, ਉਹ ਲਗਾਤਾਰ ਗਲਤ ਫੈਸਲੇ ਲੈਂਦਾ ਗਿਆ। ਹੌਲੀ-ਹੌਲੀ ਬਿਨਾਂ ਕਿਸੇ ਵਿਰੋਧ ਦੇ ਉਸ ਦਾ ਸਾਰਾ ਰਾਜ ਬਰਬਾਦ ਹੋ ਗਿਆ। ਅਤੇ ਸਭ ਤੋਂ ਹੈਰਾਨੀ ਦੀ ਗੱਲ, ਜਦੋਂ ਰਾਜਾ ਦਾ ਤਖਤ ਉਲਟਿਆ ਤਾਂ ਉਹੀ ਚਾਪਲੂਸ ਦੋਸਤ ਦੁਸ਼ਮਣ ਦੇ ਨਾਲ ਖੜਾ ਹੋ ਕੇ ਹੱਸ ਰਿਹਾ ਸੀ। ਸੋ ਬਿਨਾਂ ਕਿਸੇ ਆਲੋਚਨਾ ਦੇ ਸਿਰਫ ਝੂਠੀ ਤਾਰੀਫ ਸੁਣਨਾ ਕਿੰਨਾ ਭਿਆਨਕ ਹੋ ਸਕਦਾ ਹੈ, ਇਹ ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਇਸੇ ਲੜੀ ਵਿੱਚ ਤੀਜੀ ਚੇਤਾਵਨੀ ਹੈ, ਈਰਖਾਲੂ ਰਿਸ਼ਤੇਦਾਰ। ਇਹ ਥੋੜਾ ਕੌੜਾ ਸੱਚ ਹੈ। ਈਰਖਾਲੂ ਰਿਸ਼ਤੇਦਾਰ ਯਾਨੀ ਪਰਿਵਾਰ ਦਾ ਉਹ ਮੈਂਬਰ ਜੋ ਬਾਹਰੋਂ ਤਾਂ ਮੁਸ਼ਕਿਲਾਂ ਵੇਲੇ ਬਹੁਤ ਸਾਥ ਦੇਣ ਵਾਲਾ ਜਾਪਦਾ ਹੈ, ਪਰ ਅੰਦਰੋਂ ਅੰਦਰੀ ਤੁਹਾਡੀ ਸਫਲਤਾ ਤੋਂ ਬਹੁਤ ਸੜਦਾ ਹੈ ਅਤੇ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ। ਅਜਿਹੇ ਲੋਕ ਦੁੱਖ ਵਿੱਚ ਤਾਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਦਿਖਾਈ ਦੇਣਗੇ, ਪਰ ਤੁਹਾਡੀ ਤਰੱਕੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ। ਇਸ ਈਰਖਾ ਦੇ ਕਾਰਨ ਖੂਨ ਦੇ ਰਿਸ਼ਤੇ ਵੀ ਅੰਦਰੋਂ ਬਿਲਕੁਲ ਖੋਖਲੇ ਹੋ ਜਾਂਦੇ ਨੇ, ਭਾਵੇਂ ਉਹ ਤੁਹਾਡੇ ਮੂੰਹ ਤੇ ਕਿੰਨਾ ਵੀ ਮਿੱਠਾ ਬੋਲਣ ਦਾ ਦਿਖਾਵਾ ਕਿਉਂ ਨਾ ਕਰਦੇ ਹੋਣ। ਇਸ ਦਾ ਸਭ ਤੋਂ ਵੱਡਾ ਅਤੇ ਇਤਿਹਾਸਿਕ ਉਦਾਹਰਣ ਤਾਂ ਸਾਡੇ ਸਾਹਮਣੇ ਹੈ, ਮਹਾਭਾਰਤ। ਪਾਂਡਵ ਅਤੇ ਕੌਰਵ ਇੱਕੋ ਹੀ ਪਰਿਵਾਰ ਦਾ ਹਿੱਸਾ ਸਨ, ਪਰ ਦੁਰਯੋਧਨ ਦੇ ਅੰਦਰ ਪਾਂਡਵਾਂ ਦੀ ਕਾਮਯਾਬੀ ਨੂੰ ਲੈ ਕੇ ਇੱਕ ਭਿਆਨਕ ਈਰਖਾ ਪਲ ਰਹੀ ਸੀ।
ਉਹ ਸਾਹਮਣੇ ਤਾਂ ਮਿੱਠਾ ਬੋਲਦਾ ਸੀ, ਪਰ ਪਿੱਠ ਪਿੱਛੇ ਉਸਨੇ ਜੰਗ ਦੀ ਬਹੁਤ ਡੂੰਘੀ ਸਾਜ਼ਿਸ਼ ਰਚੀ। ਇਸੇ ਅੰਦਰੂਨੀ ਜਲਨ ਅਤੇ ਈਰਖਾ ਦਾ ਨਤੀਜਾ ਸੀ ਉਹ ਵਿਨਾਸ਼ਕਾਰੀ ਮਹਾਭਾਰਤ ਦਾ ਯੁੱਧ, ਜਿਸ ਨੇ ਪੂਰੇ ਦੇ ਪੂਰੇ ਵੰਸ਼ ਨੂੰ ਅੰਦਰੋਂ ਤਬਾਹ ਕਰਕੇ ਰੱਖ ਦਿੱਤਾ। ਸੱਚਾ ਰਿਸ਼ਤੇਦਾਰ ਅਸਲ ਵਿੱਚ ਉਹੀ ਹੈ ਜੋ ਦੂਜਿਆਂ ਦੀ ਤਰੱਕੀ ਵਿੱਚ ਖੁਸ਼ ਹੋਵੇ, ਨਹੀਂ ਤਾਂ ਬਾਕੀ ਸਭ ਸਿਰਫ ਨਾਮ ਦੇ ਹੀ ਆਪਣੇ ਹੁੰਦੇ ਨੇ। ਅਤੇ ਹੁਣ ਆਂਦੀ ਹੈ ਚੌਥੀ ਅਤੇ ਸ਼ਾਇਦ ਸਭ ਤੋਂ ਖਤਰਨਾਕ ਚੇਤਾਵਨੀ, ਗੱਦਾਰ ਵਿਦਵਾਨ ਜਾਂ ਮਾਹਿਰ। ਚਾਣਕਿਆ ਦੀ ਇੱਕ ਬਹੁਤ ਹੀ ਕਮਾਲ ਦੀ ਗੱਲ ਇੱਥੇ ਨੋਟ ਕਰਨ ਵਾਲੀ ਹੈ। ਵਫਾਦਾਰੀ ਤੋਂ ਬਿਨਾਂ ਗਿਆਨ ਉਹ ਅੱਗ ਹੈ ਜੋ ਸਭ ਕੁਝ ਸਾੜ ਕੇ ਸਵਾਹ ਕਰ ਦਿੰਦੀ ਹੈ। ਇਹ ਲਾਈਨ ਬਿਲਕੁਲ ਸਟੀਕਤਾ ਨਾਲ ਸਮਝਾਉਂਦੀ ਹੈ ਕਿ ਜਦੋਂ ਕਿਸੇ ਇਨਸਾਨ ਦੀ ਮਹਾਰਤ ਜਾਂ ਗਿਆਨ ਦੇ ਨਾਲ ਵਫਾਦਾਰੀ ਨਾ ਜੁੜੀ ਹੋਵੇ ਤਾਂ ਉਹ ਗਿਆਨ ਇੱਕ ਫਾਇਦੇਮੰਦ ਸੰਪत्ति ਦੀ ਬਜਾਏ ਇੱਕ ਬਹੁਤ ਹੀ ਜਾਨਲੇਵਾ ਹਥਿਆਰ ਬਣ ਜਾਂਦਾ ਹੈ। ਸੋਚ ਕੇ ਦੇਖੋ, ਇੱਕ ਵਿਦਵਾਨ ਜਾਂ ਸਲਾਹਕਾਰ ਨੂੰ ਤੁਹਾਡੀਆਂ ਸਾਰੀਆਂ ਗੁਪਤ ਨੀਤੀਆਂ ਅਤੇ ਕਮਜ਼ੋਰੀਆਂ ਪਤਾ ਹੁੰਦੀਆਂ ਨੇ, ਇਸ ਲਈ ਉਸ ਦਾ ਦਿੱਤਾ ਧੋਖਾ ਸਭ ਤੋਂ ਵੱਧ ਤਬਾਹੀ ਮਚਾ ਸਕਦਾ ਹੈ। ਨੰਦਵੰਸ਼ ਦੀ ਕਹਾਣੀ ਇਸ ਖਤਰੇ ਨੂੰ ਬਿਲਕੁਲ ਸਾਫ਼ ਕਰ ਦਿੰਦੀ ਹੈ। ਨੰਦਵੰਸ਼ ਦੇ ਰਾਜਾ ਨੇ ਆਪਣੇ ਦਰਬਾਰ ਵਿੱਚ ਇੱਕ ਬਹੁਤ ਹੀ ਹੁਸ਼ਿਆਰ ਅਤੇ ਨੀਤੀਵਾਨ ਵਿਦਵਾਨ ਰੱਖਿਆ। ਰਾਜਾ ਨੂੰ ਲੱਗਿਆ ਕਿ ਇਹ ਵਿਦਵਾਨ ਰਾਜ ਨੂੰ ਹੋਰ ਮਜ਼ਬੂਤ ਕਰੇਗਾ। ਪਰ ਹੋਇਆ ਕੀ? ਉਸ ਵਿਦਵਾਨ ਨੇ ਦੁਸ਼ਮਣਾਂ ਤੋਂ ਮੋਟੀ ਰਕਮ ਲੈ ਲਈ ਅਤੇ ਕਿਲੇ ਦੀਆਂ ਸਾਰੀਆਂ ਕਮਜ਼ੋਰੀਆਂ, ਸਾਰੇ ਗੁਪਤ ਰਾਜ਼ ਜਾ ਕੇ ਉਹਨਾਂ ਨੂੰ ਦੱਸ ਦਿੱਤੇ। ਨਤੀਜਾ, ਪੂਰਾ ਦਾ ਪੂਰਾ ਰਾਜ ਮਿੱਟੀ ਵਿੱਚ ਮਿਲ ਗਿਆ। ਇਸ ਲਈ ਸੱਚਾ ਵਿਦਵਾਨ ਜਾਂ ਮਾਹਰ ਉਹੀ ਹੈ ਜੋ ਆਪਣੀ ਕਾਬਲੀਅਤ ਦੇ ਨਾਲ-ਨਾਲ ਪੂਰਾ ਭਰੋਸਾ ਵੀ ਬਣਾ ਕੇ ਰੱਖੇ। ਹੁਣ ਇਨ੍ਹਾਂ ਸਾਰੀਆਂ ਗੰਭੀਰ ਚੇਤਾਵਨੀਆਂ ਨੂੰ ਸੁਣਨ ਤੋਂ ਬਾਅਦ ਚੰਦਰਗੁਪਤ ਦੇ ਮਨ ਵਿੱਚ ਵੀ ਇੱਕ ਸਵਾਲ ਆਇਆ, ਅਤੇ ਸ਼ਾਇਦ ਤੁਹਾਡੇ ਮਨ ਵਿੱਚ ਵੀ ਆ ਰਿਹਾ ਹੋਵੇਗਾ ਕਿ ਭਾਈ, ਜੇਕਰ ਹਾਲਾਤ ਅਜਿਹੇ ਹਨ ਤਾਂ ਕੀ ਸਾਨੂੰ ਕਿਸੇ ਤੇ ਭਰੋਸਾ ਹੀ ਨਹੀਂ ਕਰਨਾ ਚਾਹੀਦਾ? ਇੱਥੇ ਚਾਣਕਿਆ ਸਾਨੂੰ ਦਿੰਦੇ ਨੇ ਸਾਵਧਾਨੀ ਦਾ ਕਵਚ। ਇਸ ਗੱਲ ਦਾ ਨਿਚੋੜੇ ਹੈ ਕਿ ਚਾਣਕਿਆ ਦਾ ਜਵਾਬ ਡਰਨਾ ਜਾਂ ਸ਼ੱਕੀ ਹੋਣਾ ਨਹੀਂ ਹੈ, ਬਲਕਿ ਲੋਕਾਂ ਨੂੰ ਸਹੀ ਤਰੀਕੇ ਨਾਲ ਪਰਖਣਾ ਹੈ। ਆਪਾਂ ਇਸ ਭਰੋਸੇ ਦੇ ਢਾਂਚੇ ਨੂੰ ਦੇਖਦੇ ਹਾਂ। ਪਹਿਲਾ, ਸੇਵਕ ਜਾਂ ਕਰਮਚਾਰੀ ਨੂੰ ਕਦੇ ਵੀ ਉਸ ਦੇ ਮਿੱਠੇ ਬੋਲਾਂ ਨਾਲ ਨਹੀਂ, ਬਲਕਿ ਉਸ ਦੇ ਕੰਮ ਅਤੇ ਔਖੇ ਵੇਲੇ ਕੀਤੀ ਮਿਹਨਤ ਨਾਲ ਪਰਖੋ। ਦੂਜਾ, ਦੋਸਤੋਂ ਚੁਣੋ ਜੋ ਤੁਹਾਡੇ ਮੂੰਹ ਤੇ ਕੌੜਾ ਸੱਚ ਬੋਲਣ ਦੀ ਹਿੰਮਤ ਰੱਖਦਾ ਹੋਵੇ। ਤੀਜਾ, ਰਿਸ਼ਤੇਦਾਰ ਉਹੀ ਸੱਚਾ ਹੈ ਜਿਸ ਦੀਆਂ ਅੱਖਾਂ ਵਿੱਚ ਤੁਹਾਡੀ ਸਫਲਤਾ ਦੇਖ ਕੇ ਅਸਲੀ ਖੁਸ਼ੀ ਝਲਕਦੀ ਹੋਵੇ। ਅਤੇ ਚੌਥਾ, ਵਿਦਵਾਨ ਜਾਂ ਸਲਾਹਕਾਰ ਸਿਰਫ ਉਹ ਹੋਣਾ ਚਾਹੀਦਾ ਹੈ ਜੋ ਤੁਹਾਡੇ ਭੇਦਾਂ ਦੀ ਆਪਣੀ ਜਾਨ ਤੋਂ ਵੱਧ ਰਾਖੀ ਕਰ ਸਕੇ। ਭਰੋਸੇ ਨੂੰ ਪਰਖਣ ਦਾ ਇਹ ਇੱਕ ਬਹੁਤ ਹੀ ਪ੍ਰੈਕਟੀਕਲ ਅਤੇ ਸਟੀਕ ਪੈਮਾਨਾ ਹੈ। ਇਹ ਸਾਰੀ ਚਰਚਾ ਅਸਲ ਵਿੱਚ ਇਸ ਮਹਾਨ ਸਿੱਖਿਆ ਤੇ ਆ ਕੇ ਮੁਕਤੀ ਹੈ ਕਿ ਸਾਵਧਾਨੀ ਹੀ ਜ਼ਿੰਦਗੀ ਦਾ ਅਸਲੀ ਕਵਚ ਹੈ। ਭਰੋਸਾ ਜ਼ਰੂਰ ਕਰੋ, ਪਰ ਆਪਣੀਆਂ ਅੱਖਾਂ ਹਮੇਸ਼ਾ ਖੁੱਲੀਆਂ ਰੱਖੋ। ਬਿਨਾਂ ਸ਼ੱਕ ਜ਼ਿੰਦਗੀ ਜਿਉਣ ਲਈ ਸਾਨੂੰ ਲੋਕਾਂ ਨਾਲ ਪਿਆਰ ਅਤੇ ਭਰੋਸਾ ਰੱਖਣਾ ਪੈਂਦਾ ਹੈ, ਪਰ ਸੁਚੇਤ ਰਹਿਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ, ਕਿਉਂਕਿ ਅੱਖਾਂ ਬੰਦ ਕਰਕੇ ਕੀਤਾ ਗਿਆ ਅੰਨਾ ਵਿਸ਼ਵਾਸ ਹਮੇਸ਼ਾ ਨੁਕਸਾਨ ਕਰਵਾਉਂਦਾ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਭ ਤੋਂ ਡੂੰਘਾ ਜ਼ਖਮ ਹਮੇਸ਼ਾ ਆਪਣੇ ਕਰੀਬੀਆਂ ਤੋਂ ਹੀ ਮਿਲਦਾ ਹੈ, ਨਾ ਕਿ ਦੂਰ ਬੈਠੇ ਦੁਸ਼ਮਣਾਂ ਤੋਂ। ਅਤੇ ਅੰਤ ਵਿੱਚ ਇੱਕ ਅਜਿਹਾ ਸਵਾਲ ਹੈ ਜੋ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਪ੍ਰਾਚੀਨ ਕਾਲ ਦੀਆਂ ਇਹ ਨੀਤੀਆਂ ਅੱਜ ਦੇ ਆਧੁਨਿਕ ਵਪਾਰ, ਕਾਰੋਬਾਰ ਅਤੇ ਸਾਡੇ ਰੋਜ਼ਾਨਾ ਦੇ ਰਿਸ਼ਤਿਆਂ ਤੇ ਵੀ ਬਰਾਬਰ ਲਾਗੂ ਹੁੰਦੀਆਂ ਨੇ। ਜ਼ਰਾ ਸੋਚ ਕੇ ਦੇਖੋ, ਜੇ ਅਸੀਂ ਅੱਜ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵਫਾਦਾਰੀ ਦੇ ਇਸ ਪੈਮਾਨੇ ਤੇ ਪਰਖੀਏ ਤਾਂ ਕੌਣ ਅਸਲ ਵਿੱਚ ਸਾਡੇ ਨਾਲ ਡਟਿਆ ਰਹੇਗਾ ਅਤੇ ਕੌਣ ਮੈਦਾਨ ਛੱਡ ਜਾਵੇਗਾ? ਇਹ ਇੱਕ ਐਸਾ ਵਿਚਾਰ ਹੈ ਜੋ ਸਾਨੂੰ ਹਮੇਸ਼ਾ ਆਪਣੇ ਅੰਦਰੂਨੀ ਘੇਰੇ ਨੂੰ ਧਿਆਨ ਨਾਲ ਦੇਖਣ ਲਈ ਪ੍ਰੇਰਿਤ ਕਰਦਾ ਹੈ। ਇਸ ਵਿਸ਼ਲੇਸ਼ਣ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।